ਸਾਬਕਾ ਮੁੱਖ ਮੰਤਰੀ ਹੈ ਅਮਰਿੰਦਰ ਸਿੰਘ ਜੀ, ਉਹਨਾਂ ਨੇ ਆ ਕੇ ਜੀਤ ਮਹਿੰਦਰ ਨੂੰ ਇੱਥੋਂ ਦੀ ਸੇਵਾ ਖੋਲੀ। ਪਰ ਮੇਰੀ ਪਾਰਟੀ ਨੇ ਮੈਨੂੰ ਮੱਲੋ ਜੋਰੀ ਉਸ ਸਮੇਂ ਬਠਿੰਡੇ ਭੇਜਿਆ, ਬਠਿੰਡੇ ਤੋਂ ਬਾਅਦ ਮੌੜ ਭੇਜਿਆ। ਜੀਤ ਮਹਿੰਦਰ ਜੱਸੀ ਦਾ ਪੱਕਾ ਸਿਆਸੀ ਦੁਸ਼ਮਣ ਮੰਨਿਆ ਜਾਂਦਾ ਰਿਹਾ ਹੈ ਜੀ। ਕੀ ਹੁਣ ਇਸ ਕੈਟਾਗਰੀ ਦੇ ਵਿੱਚ ਖੁਸ਼ਬਾਜ਼ ਸਿੰਘ ਜਟਾਣਾ ਪਹਿਲੀ ਵਾਰ ਜਿਹੜੇ ਡੇਰਾ ਪ੍ਰੇਮੀ ਹੈ ਉਹ ਆਪਣੇ ਗੁਰੂ ਜੀ ਦੇ ਰਿਸ਼ਤੇਦਾਰ ਵਾਸਤੇ ਘਰ ਘਰ ਜਾ ਕੇ ਦਸਤਖਤ ਦੇ ਰਹੇ ਹੈ? ਮੈਂ ਤਾਂ ਜਿਹੜੇ ਅਕਾਲੀਆਂ ਦੇ ਲੋਕ ਹੈ, ਇਹਨਾਂ ਨੂੰ ਬੜੇ ਚੰਗੇ ਲੋਕ ਆ, ਧੱਕਿਆ ਹੋਇਆ, ਮੈਂ ਤਾਂ ਉਹਨਾਂ ਦੀ ਵੀ ਮਿਹਨਤ ਕਰੂੰਗਾ। ਕੀ ਕਾਰਨ ਹੈ ਕਿ ਤੁਸੀਂ ਆਪਣੀ ਆਜ਼ਾਦ ਚੋਣ ਵਾਸਤੇ ਤਲਵੰਡੀ ਸਾਬੋ ਹਲਕੇ ਨੂੰ ਚੁਣਿਆ? ਇੱਥੇ ਇੰਨੇ ਹੈਂਕੜਬਾਜ਼ ਅਕਾਲੀ ਦਲ ਦੇ ਵੀ ਲੀਡਰ ਹੈ ਤੇ ਕਾਂਗਰਸ ਦੇ ਜਿਨ੍ਹਾਂ ਨੂੰ ਟਿਕਟ ਦਿੱਤੀ ਹੈ ਉਹ ਵੀ ਬੜੇ ਹੈਂਕੜਬਾਜ਼ ਹੈ। ਇਸ ਕਿ ਤੁਸੀਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਹੋ, ਸੱਚਾਈ ਕੀ ਸੀਗੀ? ਉਹ ਮੇਰੇ ਵੱਲ ਇਸ਼ਾਰੇ ਕਰ ਰਹੇ ਸੀ ਕਿ ਅਕਾਲੀ ਦਲ ਵੱਲ ਜਾ ਰਿਹਾ ਹੈ। 2 ਦਹਾਕੇ ਪਹਿਲਾਂ ਪੰਜਾਬ ਕਾਂਗਰਸ ਦੇ ਪਹਿਲੀ ਸ਼੍ਰੇਣੀ ਦੇ ਕੱਦਾਵਰ ਆਗੂਆਂ ਦੀ ਕਤਾਰ ਵਿੱਚ ਸ਼ਾਮਲ ਰਹੇ ਸਾਹ ਹਰਮਿੰਦਰ ਸਿੰਘ ਜੱਸੀ ਨੂੰ ਪਾਰਟੀ ਨੇ ਟਿਕਟ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜੱਸੀ ਸਾਹਿਬ ਦੀ ਕੀ ਰਣਨੀਤੀ ਹੋਏਗੀ, ਪਾਰਟੀ ਨੇ ਉਹਨਾਂ ਨੂੰ ਟਿਕਟ ਕਿਉਂ ਨਹੀਂ ਦਿੱਤੀ ਤੇ ਭਾਜਪਾ ਵਿੱਚ ਜਾਣ ਬਾਰੇ ਚਰਚਾਵਾਂ ਦੀ ਸੱਚਾਈ ਕੀ ਸੀ? ਅੱਜ ਅਸੀਂ ਇਹਨਾਂ ਸਾਰੀ ਸੱਚਾਈ ਜਾਣਨ ਲਈ ਤਲਵੰਡੀ ਸਾਬੋ ਹਲਕੇ ਦੇ ਵਿੱਚ ਸਾਹ ਹਰਮਿੰਦਰ ਸਿੰਘ ਜੱਸੀ ਨਾਲ ਗੱਲਬਾਤ ਕਰਨ ਲਈ ਪੁੱਜੇ ਹਾਂ। ਜੱਸੀ ਸਾਹਿਬ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੈਂਕ ਯੂ। 1992 ਤੋਂ ਵੀ ਪਹਿਲਾਂ ਸਮੇਂ ਦੇ ਵਿੱਚ ਜਦੋਂ ਕਾਂਗਰਸ ਪਾਰਟੀ ਦੇ ਗਿਣਵੇਂ ਚੁਣਵੇਂ ਆਗੂ ਪਾਰਟੀ ਦਾ ਝੰਡਾ ਲੈ ਕੇ ਪਿੰਡਾਂ ਵਿੱਚ ਜਾਂਦੇ ਸੀ, ਤੁਸੀਂ ਉਹਨਾਂ ਦੇ ਵਿੱਚ ਸ਼ਾਮਲ ਰਹੇ ਹੋ ਜੀ। ਅਜਿਹੇ ਕੀ ਕਾਰਨ ਹੋ ਗਏ ਕਿ ਪਾਰਟੀ ਨੇ ਅੱਜ ਤੁਹਾਨੂੰ ਟਿਕਟ ਦੇਣ ਦੇ ਯੋਗ ਵੀ ਨਹੀਂ ਸਮਝਿਆ? ਕਿਉਂਕਿ ਮੈਂ ਪਿਛਲੇ 35-40 ਸਾਲਾਂ ਤੋਂ ਆਪਣੀ ਕਾਂਗਰਸ ਪਾਰਟੀ ਤੇ ਟਿਕਟਾਂ ਤੇ ਕਈ ਵਾਰ ਇਲੈਕਸ਼ਨ ਵੀ ਲੜਿਆ, ਆਪਣੀ ਪਾਰਟੀ ਵਾਸਤੇ ਕੰਮ ਵੀ ਕੀਤਾ, ਅਹੁਦੇਦਾਰ ਵੀ ਰਿਹਾ ਜੀ। ਕਈ ਵਾਰ 3 ਵਾਰ ਐਮਐਲਏ ਰਹਿ ਲਿਆ ਜੀ, ਮਿਨਿਸਟਰੀ 'ਚ ਵੀ ਰਹਿ ਲਿਆ, ਮਾਰਕਫੈਡ ਦਾ ਚੇਅਰਮੈਨ ਵੀ ਰਹਿ ਲਿਆ। ਮੇਰੀ ਸੋਚ ਸੀਗੀ ਕਿ ਮੈਂ ਹੁਣ ਇਸ ਪਾਰਟੀ ਦੀ ਵੈਸੇ ਬਾਹਰ ਰਹਿ ਕੇ ਸੇਵਾ ਕਰਾਂ। ਪਰ ਮੈਂ ਪਿਛਲੇ ਦਿਨਾਂ 'ਚ ਜਦੋਂ ਇਸ ਹਲਕੇ 'ਚ ਆਇਆ, ਜਦੋਂ ਮੈਂ ਇਸ ਹਲਕੇ 'ਚ ਵਿਚਰਿਆ, ਆਪਣੇ ਘਰ ਰਹਿਣ ਲੱਗ ਪਿਆ, ਤਾਂ ਜਿਹੜੇ ਇੱਥੇ ਝੂਠੇ ਪਰਚੇ ਲੋਕਾਂ 'ਤੇ ਮੁਕੱਦਮੇ ਬਣਾਏ ਗਏ, ਇੱਥੇ ਇਹੋ ਜਿਹੀਆਂ ਭਰਾ ਨਾਲ ਭਰਾ ਨੂੰ ਲੜਾਇਆ ਗਿਆ, ਇੱਥੇ ਪਿੰਡਾਂ 'ਚ 2 ਫਾੜ ਕਰਤੇ ਲੋਕ, ਇੱਥੇ ਇੰਨੇ ਹੈਂਕੜਬਾਜ਼ ਅਕਾਲੀ ਦਲ ਦੇ ਵੀ ਲੀਡਰ ਹੈ ਤੇ ਕਾਂਗਰਸ ਦੇ ਜਿਨ੍ਹਾਂ ਨੂੰ ਟਿਕਟ ਦਿੱਤੀ ਹੈ ਉਹ ਵੀ ਬੜੇ ਹੈਂਕੜਬਾਜ਼ ਹੈ। ਇਸ ਕਰਕੇ ਮੈਂ ਆਪਣੇ ਲੋਕਾਂ ਦੀ ਗੱਲ ਮੰਨ ਕੇ ਆਪਣੇ ਏਰੀਏ ਦੇ ਅੰਦਰ ਅਮਨ ਸ਼ਾਂਤੀ ਵਾਸਤੇ, ਵਿਕਾਸ ਵਾਸਤੇ, ਆਪਣੇ ਲੋਕਾਂ ਦੀ ਤਰੱਕੀ ਵਾਸਤੇ ਲੜਾਈ ਲੜ ਰਿਹਾ ਹਾਂ। ਜੱਸੀ ਸਾਹਿਬ, ਤੁਸੀਂ 2 ਵਾਰ ਬਠਿੰਡਾ ਵਿਧਾਨ ਸਭਾ ਹਲਕੇ ਤੋਂ ਵੀ ਚੋਣ ਲੜ ਚੁੱਕੇ ਹੋ, ਮੌੜ ਨਾਲ ਵੀ ਤੁਹਾਡਾ ਪੁਰਾਣਾ ਵਾਹ ਵਾਸਤਾ ਰਿਹਾ ਹੈ। ਫਿਰ ਕੀ ਕਾਰਨ ਹੈ ਕਿ ਤੁਸੀਂ ਜਿਹੜਾ ਆਪਣੀ ਆਜ਼ਾਦ ਚੋਣ ਵਾਸਤੇ ਤਲਵੰਡੀ ਸਾਬੋ ਹਲਕੇ ਨੂੰ ਚੁਣਿਆ? ਇਹ ਜਦੋਂ ਮੈਂ ਤਲਵੰਡੀ 'ਚ ਰਾਜਨੀਤੀ 1992 'ਚ ਪਹਿਲੀ ਵਾਰ ਐਮਐਲਏ ਬਣਿਆ, ਦੂਜੀ ਵਾਰ ਮੇਰਾ ਬੜਾ ਲੋਕਾਂ ਨੇ ਮਾਣ ਰੱਖਿਆ। ਮੈਨੂੰ 1997 ਜਦੋਂ 14 ਐਮਐਲਏ ਬਣੇ, ਉਹਨਾਂ 'ਚ ਮੈਨੂੰ ਇਲੈਕਸ਼ਨ ਸਾਡੇ ਲੋਕਾਂ ਨੇ ਜਿਤਾਇਆ ਜੀ। ਔਰ ਉਸ ਤੋਂ ਬਾਅਦ ਮੈਂ 2002 'ਚ ਇਲੈਕਸ਼ਨ ਲੜਿਆ, ਮੈਂ 237 ਵੋਟ ਤੇ ਹਾਰ ਗਿਆ ਸੀ ਜੀ। ਜਦੋਂ ਮੈਂ 237 ਵੋਟ ਤੇ ਹਾਰ ਗਿਆ ਸੀਗਾ ਤੇ ਮੇਰਾ ਮਨ ਸੀਗਾ ਕਿ ਮੈਂ ਅਗਲੀ ਵਾਰ ਹੋਰ ਤਿਆਰੀ ਕਰਕੇ ਫਿਰ ਇੱਥੇ ਇਸ ਏਰੀਏ 'ਚ ਸੇਵਾ ਕਰਾਂ। ਇੱਥੇ ਜਿਹੜੇ ਜ਼ੋਰਾਵਰ ਸੀ ਸਾਡੇ ਜਿਹੜੇ ਕਿ ਅੱਜ ਮੁੱਖ ਮੰਤਰੀ ਨਹੀਂ ਰਹੇ, ਸਾਬਕਾ ਮੁੱਖ ਮੰਤਰੀ ਹੈ ਅਮਰਿੰਦਰ ਸਿੰਘ ਜੀ, ਉਹਨਾਂ ਨੇ ਆਪਣਾ ਚਾਹਤੇ ਆਦਮੀ ਨੂੰ ਲਿਆ ਕੇ ਜੀਤ ਮਹਿੰਦਰ ਨੂੰ ਇੱਥੋਂ ਦੀ ਸੇਵਾ ਖੋਲੀ ਔਰ ਉਹ ਕਾਂਗਰਸ 'ਚ ਰਿਹਾ। ਫਿਰ ਜਦੋਂ ਉਹਨੂੰ ਕੋਈ ਪ੍ਰੋਬਲਮ ਆਈ ਤਾਂ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਚਲੇ ਗਿਆ। ਇਸ ਕਰਕੇ ਮੈਥੋਂ ਇੱਥੋਂ ਦੀ ਜਿਹੜੀ ਸੇਵਾ ਖੋਹੀ ਸੀ, ਮੇਰੇ ਮਨ 'ਚ ਵੀ ਸੀ ਕਿ ਇਹ ਮੇਰਾ ਏਰੀਆ, ਇਸੇ ਪੱਤਣ 'ਚ, ਇਸੇ ਸਕੂਲਾਂ 'ਚ ਮੈਂ ਪੜ੍ਹਿਆ, ਇੱਥੇ ਹੀ ਖੇਡਿਆ, ਇਸੇ ਪੱਤਣ ਦਾ ਮੈਂ ਪਾਣੀ ਪੀਤਾ ਤੇ ਮੇਰਾ ਮਨ ਸੀਗਾ ਕਿ ਮੈਂ ਇਸ ਏਰੀਏ 'ਚ ਉਦੋਂ ਵੀ ਮਨ ਕਰਦਾ ਸੀ ਕਿ ਸੇਵਾ ਕਰਾਂ। ਪਰ ਮੇਰੀ ਪਾਰਟੀ ਨੇ ਮੈਨੂੰ ਮੱਲੋ ਜੋਰੀ ਉਸ ਸਮੇਂ ਬਠਿੰਡੇ ਭੇਜਿਆ, ਬਠਿੰਡੇ ਤੋਂ ਬਾਅਦ ਮੌੜ ਭੇਜਿਆ। ਪਰ ਜਿਹੜੀ ਮੇਰੇ ਮਨ ਦੀ ਇੱਛਾ ਸੀ ਜਾਂ ਮੇਰੀ ਅੰਦਰਲੀ ਖੈਸ ਸੀਗੀ ਉਹ ਕੇਵਲ ਤੇ ਕੇਵਲ ਤਲਵੰਡੀ ਸਾਬੋ ਵਾਸਤੇ ਸੀ। ਜੀਤ ਮਹਿੰਦਰ ਜੱਸੀ ਦਾ ਪੱਕਾ ਸਿਆਸੀ ਦੁਸ਼ਮਣ ਮੰਨਿਆ ਜਾਂਦਾ ਰਿਹਾ ਹੈ ਜੀ। ਕੀ ਹੁਣ ਇਸ ਕੈਟਾਗਰੀ ਦੇ ਵਿੱਚ ਖੁਸ਼ਬਾਜ਼ ਸਿੰਘ ਜਟਾਣਾ ਵੀ ਸ਼ਾਮਲ ਹੋ ਗਿਆ? ਜੀਤ ਮਹਿੰਦਰ ਸਿੰਘ ਸਿੱਧੂ ਸਾਹਿਬ ਹੈ ਜਿਹੜੇ, ਉਹਨਾਂ ਨੇ ਪਹਿਲਾਂ ਮੇਰੇ ਉਲਟ ਅਕਾਲੀ ਦਲ 'ਚੋਂ ਲੜੀ ਇਲੈਕਸ਼ਨ, ਮੈਂ ਕਾਂਗਰਸ ਤੋਂ ਲੜਦਾ ਸੀ। ਫਿਰ ਉਹ ਆਜ਼ਾਦ ਲੜੇ, ਫਿਰ ਉਸ ਤੋਂ ਬਾਅਦ ਉਹ ਕਾਂਗਰਸ 'ਚੋਂ ਟਿਕਟ ਲੈ ਗਏ, ਫਿਰ ਉਹਨਾਂ ਨੇ ਕਾਂਗਰਸ ਤੋਂ ਇੱਥੋਂ ਇਲੈਕਸ਼ਨ ਜਿੱਤਿਆ।
ਪਰ ਜੀਤ ਮਹਿੰਦਰ ਸਿੰਘ ਨੇ ਜਦੋਂ ਲੋਕਾਂ ਨੇ ਇੰਨਾ ਭਰੋਸਾ ਕੀਤਾ ਸੀ ਤੇ ਕਾਂਗਰਸ ਪਾਰਟੀ ਬਦਲ ਕੇ ਅਕਾਲੀ ਦਲ ਚਲਿਆ ਗਿਆ। ਮੈਨੂੰ ਤਾਂ ਯਾਦ ਹੈ ਇੱਕ ਦੋ ਦਿਨ ਪਹਿਲਾਂ ਜਦੋਂ ਉੱਥੇ ਅਸੀਂ ਧਰਨਾ ਦਿੱਤਾ ਹੈ ਤਾਂ ਜੀਤ ਮਹਿੰਦਰ ਸਿੰਘ ਸਿੱਧੂ ਸਾਹਿਬ ਕਹਿੰਦੇ ਸੀ ਕਿ ਕੋਈ ਇੱਕ ਬੰਦਾ ਜਾਣ ਵਾਲਾ ਹੈ, ਉਹ ਮੇਰੇ ਵੱਲ ਇਸ਼ਾਰੇ ਕਰ ਰਹੇ ਸੀ ਕਿ ਅਕਾਲੀ ਦਲ ਵੱਲ ਜਾ ਰਿਹਾ ਹੈ। ਪਰ ਮੈਂ ਤਾਂ ਜ਼ਿੰਦਗੀ 'ਚ ਆਪਣੀ ਪਾਰਟੀ 'ਚ ਹੀ ਕੰਮ ਕੀਤਾ ਸੀ, ਪਰ ਮੈਂ ਪਾਰਟੀ ਤੋਂ ਸੰਨਿਆਸ ਲੈ ਕੇ ਆਜ਼ਾਦ ਲੜਨਾ ਸ਼ੁਰੂ ਕੀਤਾ। ਤੁਸੀਂ ਗੱਲ ਕੀਤੀ ਹੈ ਕਿ ਪਾਰਟੀ ਦੇ ਨਾਲ ਜੁੜਨ ਦੀ। ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਬੜੀਆਂ ਅਫਵਾਹਾਂ ਉੱਠੀਆਂ ਕਿ ਤੁਸੀਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਹੋ, ਸੱਚਾਈ ਕੀ ਸੀਗੀ? ਨਹੀਂ, ਉਹ ਲੋਕਾਂ ਦੀਆਂ ਅਫਵਾਹਾਂ ਸੀ, ਚਰਚਾਵਾਂ ਸੀਗੀਆਂ, ਪਰ ਮੈਂ ਕਦੇ ਵੀ ਨਹੀਂ ਸੋਚਿਆ ਕਿ ਮੈਂ ਬੀਜੇਪੀ ਪਾਰਟੀ ਜਾਣਾ ਚਾਹੁੰਦਾ ਸੀਗਾ। ਨਾ ਹੀ ਮੇਰਾ ਕੋਈ ਕਿਸੇ ਨਾਲ ਰਾਬਤਾ ਰਿਹਾ, ਨਾ ਹੀ ਮੈਂ ਕਿਸੇ ਨੂੰ ਮਿਲਿਆ। ਮੇਰਾ ਤਾਂ ਕੇਵਲ ਤੇ ਕੇਵਲ ਇਹ ਸੀਗਾ ਕਿ ਮੇਰੇ ਏਰੀਏ ਦੇ ਅੰਦਰ ਮੈਂ ਤਲਵੰਡੀ ਸਾਬੋ 'ਚ ਜੇ ਇਲੈਕਸ਼ਨ ਲੜਾਂ ਤਾਂ ਇੱਥੇ ਹੀ ਸੇਵਾ ਕਰਾਂ। ਤੇ ਮੈਨੂੰ ਇਹ ਲੱਗਦਾ ਸੀ ਕਿ ਮੈਂ ਆਜ਼ਾਦ ਲੜਾਂ। ਆਜ਼ਾਦ ਲੜ ਕੇ ਬੰਦਾ ਆਪਣੇ ਤੌਰ ਤਰੀਕੇ ਨਾਲ ਕੰਮ ਕਰ ਸਕਦਾ। ਮੇਰੇ ਯਾਦ ਹੈ ਜਦੋਂ ਮੈਂ ਆਜ਼ਾਦ ਹੁੰਦਾ ਸੀ 1978 ਚ 79 ਚ ਮੈਂ ਸਰਪੰਚ ਬਣਿਆ। ਮੈਂ ਆਜ਼ਾਦ ਸੀਗਾ। ਮੈਂ ਉਹਨਾਂ ਦਿਨਾਂ 'ਚ ਆਪਣਾ ਜਿਹੜਾ ਕਿ ਧਰਮ ਯੁੱਧ ਮੋਰਚਾ ਲੱਗਿਆ, ਮੈਂ ਉਹਦੇ 'ਚ ਜਾ ਕੇ ਆਪਣੀ ਗ੍ਰਿਫਤਾਰੀ ਦਿੱਤੀ ਕਿਸਾਨਾਂ ਦੀ ਖਾਤਰ, ਜਿਹੜਾ ਕਿ SYL ਹਰਿਆਣਾ ਲਿਜਾਣਾ ਚਾਹੁੰਦਾ ਸੀ। ਉਹ ਲੜਾਈ ਲੜੀ। ਉਸ ਤੋਂ ਬਾਅਦ ਇੱਕ ਇਹੋ ਜਿਹਾ ਵਕਤ ਆਇਆ ਕਿ 1982 ਚ ਏਸ਼ੀਆ ਗੇਮਾਂ ਹੋਈਆਂ। ਉੱਥੇ ਦਿੱਲੀ 'ਚ ਸਾਡੇ ਸਿੱਖਾਂ ਨੂੰ, ਪੰਜਾਬੀਆਂ ਨੂੰ ਰੋਕਿਆ ਜਾ ਰਿਹਾ ਸੀ। ਮੈਂ ਉਦੋਂ ਇੰਡੀਪੈਂਡੈਂਟ ਸੀ, ਆਪਣੀ ਆਜ਼ਾਦੀ ਸੀਗਾ, ਆਪਣੇ ਪਿੰਡ ਦਾ ਸਰਪੰਚ ਸੀਗਾ। ਮੈਂ ਉਸ ਸਮੇਂ ਵੀ ਆਪਣੇ ਨਾਲ ਬੰਦੇ ਲਿਜਾ ਕੇ ਦਿੱਲੀ ਗ੍ਰਿਫਤਾਰੀ ਦਿੱਤੀ। ਮੈਨੂੰ ਜਿਵੇਂ ਹੁਣ ਬੜਾ ਅੰਦੋਲਨ ਹੋਇਆ, ਜੇ ਮੈਂ ਪਾਰਟੀ ਦੇ ਬੰਧਨਾਂ 'ਚ ਨਾ ਹੁੰਦਾ ਤਾਂ ਮੈਂ ਕਿਸਾਨ ਅੰਦੋਲਨ 'ਚ ਜ਼ਰੂਰ ਭਾਗ ਲੈਣਾ ਸੀ, ਕਿਉਂਕਿ ਮੇਰੇ ਮਨਪਸੰਦ ਜਿਹੜੇ ਹੈਗੇ ਆ ਨਾ ਇਹ ਵਿਸ਼ਾ ਸਬਜੈਕਟ ਹੈ। ਇਸ ਕਰਕੇ ਮੈਂ ਇਹਦੇ ਕਿਸਾਨਾਂ ਵਾਲੇ ਅੰਦੋਲਨ 'ਚ ਜਾਣਾ ਚਾਹੁੰਦਾ ਸੀ। ਇਸ ਕਰਕੇ ਮੈਂ ਹੁਣ ਪਾਰਟੀ ਤੋਂ ਅਲਵਿਦਾ ਕਹਿ ਕੇ ਔਰ ਉਸ ਤੋਂ ਬਾਅਦ ਮੈਂ ਆਪਣਾ ਆਜ਼ਾਦ ਇਲੈਕਸ਼ਨ ਲੜਨ ਲੱਗਿਆ। ਇਹੀ ਵੱਡਾ ਕਾਰਨ। ਜੱਸੀ ਸਾਹਿਬ ਕਹਿੰਦੇ 2007 ਤੋਂ ਬਾਅਦ ਪਹਿਲੀ ਵਾਰ ਜਿਹੜੇ ਡੇਰਾ ਪ੍ਰੇਮੀ ਹੈ ਉਹ ਆਪਣੇ ਗੁਰੂ ਜੀ ਦੇ ਰਿਸ਼ਤੇਦਾਰ ਵਾਸਤੇ ਘਰ ਘਰ ਜਾ ਕੇ ਦਸਤਖਤ ਦੇ ਰਹੇ ਹੈ, ਪੂਰੇ ਖੁੱਲ੍ਹ ਕੇ ਇਮਦਾਦ ਤੇ ਆਏ ਹੋਏ ਹੈ। ਜਿਹੜਾ ਡੇਰੇ ਦਾ ਇੱਕ ਵਿੰਗ ਹੈ, ਜਿਹੜਾ ਕਿ ਉਹਨਾਂ ਦੀ ਇੱਕ ਸੰਸਥਾ ਹੈ, ਉਹ ਆਪਣੇ ਮੁਤਾਬਕ ਚੱਲਦੀ ਹੈ ਜੀ। ਉਹ ਹੀ ਫੈਸਲੇ ਕਰਦੀ ਹੈ। ਮੈਨੂੰ ਇਸ ਬਾਰੇ ਨਹੀਂ, ਮੈਂ ਤਾਂ ਸਾਰੇ ਧਰਮ ਵਾਲਿਆਂ ਕੋਲੇ, ਸਾਰੇ ਭਰਾਵਾਂ ਕੋਲੇ ਜਾਂਦਾ ਔਰ ਸਾਰਿਆਂ ਨੂੰ ਜਾ ਕੇ ਬੇਨਤੀ ਕਰਦਾ। ਔਰ ਆਉਣ ਵਾਲੇ ਦਿਨਾਂ 'ਚ ਬੜੀ ਆਸ ਲਾਈ ਹੋਈ ਆ, ਹਰ ਪਾਸੇ ਹਰ ਵਰਗ 'ਤੇ ਆਸ ਹੈ। ਮੈਂ ਤਾਂ ਜਿਹੜੇ ਅਕਾਲੀਆਂ ਦੇ ਲੋਕ ਹੈ, ਅਕਾਲੀ ਦਲ 'ਚ ਜਿਹੜੇ ਰਿਜੈਕਟ ਕਰੇ ਹੈ, ਜਿਨ੍ਹਾਂ ਨੂੰ ਬੜੇ ਚੰਗੇ ਲੋਕ ਆ ਧੱਕਿਆ ਹੋਇਆ, ਮੈਂ ਤਾਂ ਉਹਨਾਂ ਦੀ ਵੀ ਮਿਹਨਤ ਕਰੂੰਗਾ। ਜਿਹੜੇ ਕਾਂਗਰਸ 'ਚੋਂ ਧੱਕੇ ਹੋਏ ਲੋਕ ਹੈ, ਮੈਂ ਉਹਨਾਂ ਦੀ ਵੀ ਮਿਹਨਤ ਕਰੂੰਗਾ। ਹਰ ਗੁਰਦੁਆਰੇ 'ਚ, ਹਰ ਮੰਦਿਰ 'ਚ, ਹਰ ਸੰਸਥਾ 'ਚ ਜਾਊਂਗਾ, ਹੱਥ ਜੋੜ ਕੇ ਵੋਟਾਂ ਮੰਗੂੰਗਾ। ਉਮੀਦ ਬੜੀ ਹੈ ਕਿ ਮੈਨੂੰ ਸਾਰੇ ਹੀ ਬੜਾ ਪਿਆਰ ਤੇ ਸਤਿਕਾਰ ਦੇ ਰਹੇ ਹੈ। ਉਹਨਾਂ 'ਚ ਇਹਨਾਂ ਨੇ ਵੀ ਮੈਨੂੰ ਸਤਿਕਾਰ ਪਿਆਰ ਜੇ ਦਿੱਤਾ ਤਾਂ ਮੈਂ ਇਹਨਾਂ ਦਾ ਵੀ ਧੰਨਵਾਦੀ ਰਹੂੰਗਾ। ਪਿਛਲੀ ਵਾਰ ਦੀ ਤਰ੍ਹਾਂ ਮਾਲਵਾ ਪੱਟੀ ਦੇ ਵਿੱਚ ਆਪ ਦਾ ਆਭਾਰ ਜਿਹੜਾ ਹੈਗਾ ਦੇਖਣ ਨੂੰ ਮਿਲ ਰਿਹਾ ਹੈ, ਤੁਸੀਂ ਕੀ ਸੋਚਦੇ ਹੋ? ਪਹਿਲੀ ਵਾਰ ਜਿਹੜਾ ਪਿਛਲੀ ਵਾਰ ਸੀ ਉਹ ਜ਼ਿਆਦਾ ਸੀਗਾ, ਉਹਨਾਂ ਹੈ ਨਹੀਂ ਜੀ, ਕਿਉਂਕਿ ਜਿਹੜਾ ਰੋਡ ਮੈਪ ਦਿੱਤਾ ਸੀਗਾ ਪਹਿਲੀ ਵਾਰ ਉਹ ਤੇ ਖਰੇ ਨਹੀਂ ਉਤਰੇ। ਕਾਫੀ ਇਹਨਾਂ ਦੇ ਕੈਂਡੀਡੇਟ ਛੱਡ ਕੇ ਚਲੇ ਗਏ, ਕਾਫੀ ਕੈਂਡੀਡੇਟ ਕਿ ਇੱਧਰ ਉੱਧਰ ਚਲੇ ਗਏ। ਜਿਹੜਾ ਲੋਕਾਂ ਨੂੰ ਇਹਨਾਂ ਤੇ ਆਸ ਸੀਗੀ ਉਹ ਉਹਨਾਂ ਦੇ ਆਸ ਤੇ ਖਰੇ ਉਤਰੇ ਨਹੀਂ। ਇਸ ਕਰਕੇ ਮੈਨੂੰ ਨਹੀਂ ਲੱਗਦਾ ਐਤਕੀ ਜਿਹੜਾ ਆਮ ਆਦਮੀ ਦਾ ਮਾਲਵੇ 'ਚ ਆਧਾਰ ਹੈ ਪਿਛਲੀ ਵਾਰ ਜ਼ਿਆਦਾ ਸੀ। ਪੰਜਾਬ ਦੇ ਵਿੱਚ ਬਹੁਤ ਕੌਣੇ ਮੁਕਾਬਲੇ ਹੋ ਰਹੇ ਹੈ। ਤਲਵੰਡੀ ਸਾਬੋ ਦੇ ਵਿੱਚ ਵੀ 6 ਉਮੀਦਵਾਰ ਹੈ। ਹਰਮਿੰਦਰ ਸਿੰਘ ਜੱਸੀ ਨੂੰ ਕੀ ਲੱਗਦਾ ਹੈ ਕਿ ਉਹਨਾਂ ਦਾ ਮੁਕਾਬਲਾ ਕਿਸ ਦੇ ਨਾਲ ਹੋਵੇਗਾ? ਦੇਖੋ, ਮੈਨੂੰ ਤਾਂ ਆਪਣੇ ਭਰਾਵਾਂ ਤੇ ਬੜਾ ਭਰੋਸਾ ਹੈ ਜੀ। ਦੂਜੇ ਪਾਸੇ ਕੋਈ ਲੜੇ, ਉਹਨੇ ਆਪਣੇ ਵਿਚਾਰ ਰੱਖਣੇ ਹੈ, ਪਰ ਮੈਨੂੰ ਉਮੀਦ ਹੈ ਕਿ ਮੈਂ ਆਪਣੇ ਵਿਚਾਰਾਂ ਨਾਲ ਆਪਣੇ ਸਾਰੇ ਹੀ ਜਿਹੜੇ ਮੇਰੇ ਵਿਰੋਧੀ ਕੈਂਡੀਡੇਟ ਹੈ, ਆਪਣੀ ਜਿਹੜੀ ਨੀਅਤ ਨੀਤੀ ਨਾਲ ਉਹਨਾਂ ਨੂੰ ਹਰਾਉਣ 'ਚ ਕਾਮਯਾਬ ਰਹੂੰਗਾ। ਜੱਸੀ ਸਾਹਿਬ, ਆਖਰੀ ਸਵਾਲ, ਜੇ ਤੁਸੀਂ ਤਲਵੰਡੀ ਸਾਬੋ ਹਲਕੇ ਤੋਂ ਆਜ਼ਾਦ ਚੋਣ ਜਿੱਤ ਜਾਂਦੇ ਹੋ ਤਾਂ ਤੁਹਾਡੇ ਰਣਨੀਤੀ ਕੀ ਹੋਵੇਗੀ? ਕਿਹੜੇ ਮੁੱਦੇ ਹੋਣਗੇ ਜਿਨ੍ਹਾਂ ਨੂੰ ਤਰਜੀਹੀ ਆਧਾਰ ਤੇ ਤੁਸੀਂ ਕਰੋਗੇ? ਮੇਰੇ ਏਰੀਏ ਦੇ ਅੰਦਰ ਜਿੱਥੇ ਮੈਂ ਆਪਣੀ ਤਰੱਕੀ ਛੱਡ ਕੇ ਗਿਆ ਸੀਗਾ 2002 'ਚ, ਜਿਸ ਤਰ੍ਹਾਂ ਮੈਂ ਰਿਫਾਈਨਰੀ ਲਿਆਉਣ 'ਚ ਉਪਰਾਲਾ ਕੀਤਾ ਸੀਗਾ, ਅਨੁਬੋਧਿਆ ਸਕੂਲ ਲਿਆਉਣ 'ਚ ਉਪਰਾਲਾ ਕੀਤਾ ਸੀਗਾ, ਕਿਸਾਨਾਂ ਦੇ ਟਿੱਬੇ ਪੱਧਰੇ ਕਰਨ 'ਚ ਮੈਂ ਇੱਕ ਉਪਰਾਲਾ ਕੀਤਾ ਸੀਗਾ, ਮੈਂ ਇੱਕ ਯੂਨੀਵਰਸਿਟੀ ਦਾ ਇੱਕ ਕੈਂਪਸ ਲਿਆ ਕੇ ਇੱਥੇ ਪੰਜਾਬੀ ਯੂਨੀਵਰਸਿਟੀ ਦਾ ਇੱਕ ਇੱਥੇ ਆਪਣੇ ਬੱਚਿਆਂ ਨੂੰ ਇੱਕ ਰਾਹ ਦਿਖਾਇਆ ਸੀਗਾ, ਜਿਹੜੇ ਮੈਂ ਸਕੂਲ ਵੀ ਅਪਗ੍ਰੇਡ ਕਰਾਏ
ਔਰ ਹੋਰ ਵੀ ਮੈਂ ਆਪਣੇ ਮੰਡੀਆਂ, ਖਾਲੇ, ਆਪਣੇ ਪਿੰਡਾਂ ਦੇ ਕੰਮ ਕਰਾਏ। ਉਹ ਸਾਰੇ ਅਧੂਰੇ ਕੰਮ ਪਏ ਆ, ਮੈਂ ਉਹਨਾਂ ਨੂੰ ਪੂਰਾ ਕਰਨਾ ਚਾਹੁੰਦਾ। ਕਿਸਾਨ ਦੀ ਮਦਦ ਕਰਨਾ ਚਾਹੁੰਦਾ, ਖਾਸ ਕਰਕੇ ਜਿਹੜਾ ਗਰੀਬ ਆਪਣੇ ਘਰਾਂ 'ਚ ਬੈਠਾ ਹੈ, ਵਿਹੜਿਆਂ 'ਚ ਬੈਠਾ ਹੈ, ਦਸਾਂ ਨੌਹਾਂ ਦੀ ਕਿਰਤ ਕਰਦਾ, ਅੱਜ ਭੁੱਖਾ ਬੈਠਾ ਹੈ, ਉਸ ਦੀ ਮਦਦ ਕਰਨਾ ਚਾਹੁੰਦਾ। ਇਹੀ ਮੈਂ ਆਪਣਾ ਏਮ ਲੈ ਕੇ ਆਇਆ ਕਿ ਇੱਕ ਬੇਰੁਜ਼ਗਾਰ ਦੀ ਮਦਦ ਕਰਾਂ, ਅਤੇ ਇੱਕ ਜਿਹੜਾ ਨਸ਼ਾ ਆਇਆ ਚਿੱਟਾ, ਜਿਹਨੇ ਸਾਡੇ ਨੌਜਵਾਨੀ ਨੂੰ ਖਾ ਲਿਆ, ਸਾਡੇ ਬੱਚਿਆਂ ਨੂੰ ਖਾ ਲਿਆ, ਸਾਡੀਆਂ ਮਾਵਾਂ ਰੋਂਦੀਆਂ, ਭੈਣਾਂ ਰੋਂਦੀਆਂ, ਮੈਂ ਨਸ਼ੇ ਨੂੰ ਦੂਰ ਕਰਨਾ ਚਾਹੁੰਦਾ। ਮੈਂ ਇਸ ਕਰਕੇ ਆਪਣਾ ਆਜ਼ਾਦੀ ਨਾਲ ਆਪਣੇ ਆਪ ਦੇ ਤਰੀਕੇ ਨਾਲ ਕੰਮ ਕਰੂੰਗਾ, ਔਰ ਮੈਂ ਉਹਨਾਂ ਦੀ ਮਦਦ ਵੀ ਕਰੂੰਗਾ ਜਿਹੜਾ ਚਿੱਟੇ 'ਚ ਬੱਚੇ ਉਲਝ ਗਏ, ਅਤੇ ਮੈਂ ਆਪਣੇ ਲੋਕਾਂ ਦੀ ਵੀ ਮਦਦ ਕਰੂੰਗਾ ਜਿੰਨਾ ਕਿ ਮੈਨੂੰ ਤਜਰਬਾ ਹੈ। ਭਾਵੇਂ ਸੈਂਟਰ ਗੌਰਮੈਂਟ ਤੋਂ ਪੈਸੇ ਲੈ ਕੇ ਆਵਾਂ, ਭਾਵੇਂ ਮੈਂ ਸਟੇਟ ਗੌਰਮੈਂਟ ਤੋਂ ਪੈਸੇ ਲੈ ਕੇ ਆਵਾਂ। ਮੈਨੂੰ ਉਮੀਦ ਹੈ ਕਿ ਜਦੋਂ ਮੈਂ ਸਰਪੰਚ ਹੁੰਦਾ ਸੀ, ਮੈਂ ਆਪਣਾ ਪਿੰਡ ਵੀ ਵਧੀਆ ਰੱਖਿਆ ਸੀਗਾ, ਅਤੇ ਹੁਣ ਇਹ 60 ਪਿੰਡ ਹੈ, 2 ਮੰਡੀਆਂ, ਇਹਨਾਂ ਨੂੰ ਮੈਂ ਬਹੁਤ ਵਧੀਆ ਬਣਾਊਂਗਾ। ਇਹ ਸਨ ਹਰਮਿੰਦਰ ਸਿੰਘ ਜੱਸੀ। ਕਾਂਗਰਸ ਤੇ ਇਹਨਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਹਾਲਾਂਕਿ ਉਹਦੇ ਨਾਲੋਂ ਇੱਕ ਤਰ੍ਹਾਂ ਇਹ ਵੱਖ ਹੋ ਗਏ ਹੈ। ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਰਣਨੀਤੀ ਦਾ ਵੀ ਖੁਲਾਸਾ ਕੀਤਾ ਹੈ। ਜੱਸੀ ਸਾਹਿਬ, ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ। ਧੰਨਵਾਦ। ਬਹੁਤ ਮਿਹਰਬਾਨੀ, ਥੈਂਕ ਯੂ।